Hello friends, myself Vijay from Jagrao teaching English at Government Senior Secondary Smart School Galib Kala and you are watching EduDesk. Today we will discuss about the definition and structure of voice. Let's start. Voice ਦਾ ਅਰਥ ਹੁੰਦਾ ਹੈ ਆਵਾਜ਼। ਪਰ ਇੰਗਲਿਸ਼ ਲੈਂਗੁਏਜ ਦੇ ਵਿੱਚ ਜੋ ਅਸੀਂ ਵੌਇਸ ਦਾ ਅਰਥ ਲੈਂਦੇ ਹਾਂ ਉਹ ਲੈਂਦੇ ਹਾਂ ਕਿਸੇ ਗੱਲ ਨੂੰ ਕਹਿਣ ਦਾ ਢੰਗ। ਇਨ ਇੰਗਲਿਸ਼ ਲੈਂਗੁਏਜ ਵੌਇਸ ਇਜ਼ ਆਫ ਟੂ ਟਾਈਪਸ। ਇੰਗਲਿਸ਼ ਵਿੱਚ ਵੌਇਸ ਦੋ ਤਰ੍ਹਾਂ ਦੀ ਹੁੰਦੀ ਹੈ ਅਤੇ ਉਹ ਕਿਹੜੀਆਂ ਨੇ ਆਓ ਦੇਖਦੇ ਹਾਂ। ਫਸਟ ਵਨ ਇਜ਼ ਐਕਟਿਵ ਵੌਇਸ ਐਂਡ ਅਦਰ ਵਨ ਪੈਸਿਵ ਵੌਇਸ। ਐਕਟਿਵ ਵੌਇਸ ਉਹ ਹੈ ਜਿੱਥੇ ਸੈਂਟੈਂਸ ਵਿਚਲਾ ਸਬਜੈਕਟ ਚੁਸਤ ਹੈ, ਭਾਵ ਕਿ ਉਸ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਅਤੇ ਇਸ ਤੋਂ ਉਲਟ ਪੈਸਿਵ ਵੌਇਸ ਉਹ ਹੈ ਜਿੱਥੇ ਸੈਂਟੈਂਸ ਵਿਚਲੇ ਸਬਜੈਕਟ ਨੂੰ ਜ਼ਿਆਦਾ ਮਹੱਤਵ ਨਾ ਦੇ ਕੇ ਕੰਮ ਨੂੰ ਜ਼ਿਆਦਾ ਮਹੱਤਵ ਦਿੱਤਾ ਹੁੰਦਾ ਹੈ। ਇਹਨੂੰ ਆਪਾਂ ਡਿਟੇਲ ਦੇ ਵਿੱਚ ਸਟੱਡੀ ਕਰਦੇ ਹਾਂ। ਐਕਟਿਵ ਵੌਇਸ ਕੀ ਹੈ ਉਹ ਦੇਖਦੇ ਹਾਂ। When a verb represent a person or a thing as doing something. In other words, the person or the thing is the doer. It is said to be in active voice. Importance is given to the doers in such sentences. ਤਾਂ ਇਸ ਦਾ ਮਤਲਬ ਹੈ ਕਿ ਜਦੋਂ ਇੱਕ ਵਰਬ ਜਿਸ ਨੂੰ ਅਸੀਂ ਕਿਰਿਆ ਵੀ ਕਹਿੰਦੇ ਹਾਂ ਕਿਸੇ ਵਿਅਕਤੀ ਜਾਂ ਵਸਤੂ ਨੂੰ ਕੁਝ ਐਕਸ਼ਨ ਕਰਦੇ ਹੋਏ ਦਰਸਾਉਂਦੀ ਹੈ ਜਾਂ ਇੰਜ ਕਹਿ ਲਓ ਕਿ ਉਹ ਪੁਰਖ ਜਾਂ ਵਸਤੂ ਕਰਤਾ ਹੁੰਦੀ ਹੈ ਤਾਂ ਸੈਂਟੈਂਸ ਐਕਟਿਵ ਵੌਇਸ ਹੁੰਦਾ ਹੈ। ਇਸ ਨੂੰ ਸਮਝਣ ਲਈ ਅਸੀਂ ਕੁਝ ਐਗਜ਼ਾਮਪਲਸ ਲੈਂਦੇ ਹਾਂ। ਪਹਿਲੀ ਐਗਜ਼ਾਮਪਲ ਹੈ ਦ ਹੰਟਰ ਕਿਲਡ ਦ ਟਾਈਗਰ। ਸ਼ਿਕਾਰੀ ਨੇ ਟਾਈਗਰ ਨੂੰ ਮਾਰ ਦਿੱਤਾ। ਹੁਣ ਇਸ ਸੈਂਟੈਂਸ ਦੇ ਵਿੱਚ ਜਿਹੜਾ ਹੰਟਰ ਹੈ ਉਸਨੇ ਇੱਕ ਕੰਮ ਕੀਤਾ ਹੈ। ਕੰਮ ਕੀ ਹੈ? ਉਸ ਦਾ ਕੰਮ ਹੈ ਕਿਲਿੰਗ, ਮਾਰ ਦੇਣਾ। ਅਤੇ ਇਹ ਮਾਰਨ ਦਾ ਕੰਮ ਕਿਸ ਉੱਤੇ ਹੋਇਆ ਹੈ? ਇਹ ਹੋਇਆ ਹੈ ਟਾਈਗਰ ਦੇ ਉੱਤੇ। ਤਾਂ ਸਾਡੇ ਕੋਲ ਕੀ ਨਿਕਲ ਕੇ ਆਉਂਦਾ ਹੈ ਦੇਖ ਲੈਂਦੇ ਹਾਂ। ਡੂਅਰਸ ਕੌਣ ਹੈ? ਕੰਮ ਕਰਨ ਵਾਲਾ ਕੌਣ ਹੈ? ਹੰਟਰ। ਅਤੇ ਉਸ ਹੰਟਰ ਨੇ ਜਾਂ ਡੂਅਰ ਨੇ ਕੰਮ ਕੀ ਕੀਤਾ ਹੈ? ਉਹ ਹੈ ਉਹਦਾ ਐਕਸ਼ਨ, ਉਹ ਹੈ ਕਿਲਿੰਗ। ਅਤੇ ਹੰਟਰ ਨੇ ਜੋ ਕਿਲਿੰਗ ਦਾ ਕੰਮ ਕੀਤਾ ਹੈ ਉਹ ਕਿਸ ਤੇ ਕੀਤਾ ਹੈ? ਮਤਲਬ upon whom the action or work is acted, ਕਿਹਦੇ ਉੱਤੇ ਕੰਮ ਕੀਤਾ ਗਿਆ ਹੈ? ਤਾਂ ਉਹ ਕੰਮ ਕੀਤਾ ਗਿਆ ਹੈ ਟਾਈਗਰ ਦੇ ਉੱਤੇ। ਮਤਲਬ ਹੰਟਰ ਨੇ ਕਿਲਿੰਗ ਦਾ ਕੰਮ ਟਾਈਗਰ ਦੇ ਉੱਤੇ ਕੀਤਾ ਹੈ। ਤਾਂ ਇਸ ਸੈਂਟੈਂਸ ਵਿੱਚ ਜ਼ਿਆਦਾ ਇੰਪੋਰਟੈਂਸ ਹੰਟਰ ਨੂੰ ਦਿੱਤੀ ਗਈ ਹੈ ਜਿਸ ਨੇ ਕਿ ਐਕਸ਼ਨ ਕੀਤਾ ਹੈ। ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ। ਨੰਬਰ 2, ਰਾਧਾ ਡਜ਼ ਨੋਟ ਸਿੰਗ ਅ ਸੌਂਗ। ਰਾਧਾ ਗਾਣਾ ਨਹੀਂ ਗਾਉਂਦੀ। ਇਸ ਸੈਂਟੈਂਸ ਵਿੱਚ ਜੋ ਰਾਧਾ ਹੈ ਉਸ ਦੁਆਰਾ ਇੱਕ ਕੰਮ ਨਹੀਂ ਕੀਤਾ ਜਾ ਰਿਹਾ। ਉਹ ਕੰਮ ਕਿਹੜਾ ਹੈ? ਉਹ ਕੰਮ ਹੈ ਸਿੰਗਿੰਗ ਦਾ, ਮਤਲਬ ਗਾਉਣ ਦਾ। ਅਤੇ ਉਹ ਕੰਮ ਕਿਸ ਉੱਤੇ ਕੀਤਾ ਜਾ ਰਿਹਾ ਹੈ? ਉਹ ਕੰਮ ਕੀਤਾ ਜਾ ਰਿਹਾ ਹੈ ਇੱਕ ਸੌਂਗ ਦੇ ਉੱਤੇ। ਤਾਂ ਇੱਥੇ ਜੋ ਸਾਡਾ ਡੂਅਰ ਹੈ, ਕੰਮ ਕਰਨ ਵਾਲਾ ਹੈ, ਉਹ ਹੈ ਰਾਧਾ। ਅਤੇ ਜਿਹੜਾ ਉਹ ਕੰਮ ਕਰ ਰਹੀ ਹੈ ਉਹ ਕੰਮ ਹੈ ਸਿੰਗਿੰਗ ਦਾ। ਉਸ ਦੁਆਰਾ ਕੀਤਾ ਜਾ ਰਿਹਾ ਹੈ ਜਾਂ ਨਹੀਂ ਕੀਤਾ ਜਾ ਰਿਹਾ ਹੈ ਉਹ ਅਲੱਗ ਇਸ਼ੂ ਹੈ। ਪਰ ਜੋ ਕੰਮ ਹੈ ਉਹ ਹੈ ਸਿੰਗਿੰਗ, ਐਕਸ਼ਨ ਹੈ ਸਿੰਗਿੰਗ। ਅਤੇ ਜਿਸ ਵਸਤੂ ਦੇ ਉੱਪਰ ਉਹ ਕੰਮ ਕੀਤਾ ਜਾ ਰਿਹਾ ਹੈ upon whom the action or work is acted, that is a song. ਇਸ ਤਰ੍ਹਾਂ ਜੋ ਸਾਡਾ ਵਰਬ ਹੈ ਸਿੰਗ ਉਹ ਰਿਪਰੈਜ਼ੈਂਟ ਕਰ ਰਿਹਾ ਹੈ ਰਾਧਾ ਲਈ ਅਤੇ ਰਾਧਾ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾ ਰਹੀ ਹੈ। ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ। ਨੰਬਰ 3, ਅ ਕਾਰ ਰੈਨ ਓਵਰ ਐਨ ਓਲਡ ਮੈਨ। ਕਾਰ ਨੇ ਇੱਕ ਬਜ਼ੁਰਗ ਆਦਮੀ ਨੂੰ ਦਰੜ ਦਿੱਤਾ। ਤਾਂ ਇਸ ਸੈਂਟੈਂਸ ਵਿੱਚ ਕੰਮ ਕਿਹਦੇ ਦੁਆਰਾ ਹੋ ਰਿਹਾ ਹੈ? ਡੂਅਰ ਕੌਣ ਹੈ? ਉਹ ਹੈ ਕਾਰ।
ਤੇ ਕਾਰ ਦੁਆਰਾ ਕੀ ਕੰਮ ਕੀਤਾ ਜਾ ਰਿਹਾ ਹੈ ਜਾਂ ਕੀ ਕੰਮ ਕੀਤਾ ਗਿਆ, ਐਕਸ਼ਨ ਕੀ ਹੈ, ਉਹ ਹੈ ਰੈਨ ਓਵਰ। ਕਿਸ ਦੇ ਉੱਤੇ ਕੰਮ ਕੀਤਾ ਗਿਆ, ਅਪੋਨ ਹੋਮ ਦ ਐਕਸ਼ਨ ਔਰ ਵਰਕ ਇਜ਼ ਐਕਟਡ, ਦੈਟ ਵਾਜ਼ ਐਨ ਓਲਡ ਮੈਨ, ਇੱਕ ਬਜ਼ੁਰਗ ਆਦਮੀ ਦੇ ਉੱਤੇ। ਤਾਂ ਕਾਰ ਦੁਆਰਾ ਇੱਕ ਬਜ਼ੁਰਗ ਆਦਮੀ ਦੇ ਉੱਤੇ ਇੱਕ ਕੰਮ ਕੀਤਾ ਗਿਆ, ਉਹ ਕੰਮ ਸੀ ਉਸ ਨੂੰ ਦਰੜਨਾ। ਇਸ ਤਰ੍ਹਾਂ ਜੋ ਸਾਡਾ ਵਰਬ ਹੈ ਰੈਨ ਓਵਰ, ਉਹ ਰਿਪਰੈਜ਼ੈਂਟ ਕਰ ਰਿਹਾ ਹੈ ਕਾਰ ਨੂੰ, ਅਤੇ ਇਸ ਸੈਂਟੈਂਸ ਵਿੱਚ ਕਾਰ ਨੂੰ ਜ਼ਿਆਦਾ ਮਹੱਤਵ ਦਿੱਤਾ ਗਿਆ ਹੈ। ਇਸ ਤਰ੍ਹਾਂ ਜੋ ਸਾਡੇ ਇਹ ਸੈਂਟੈਂਸ ਹਨ ਉਹ ਐਕਟਿਵ ਫਾਰਮ ਦੇ ਵਿੱਚ ਹਨ, ਐਕਟਿਵ ਵੌਇਸ ਦੇ ਸੈਂਟੈਂਸ ਹਨ। ਅੱਗੇ ਚੱਲਦੇ ਹਾਂ। ਪੈਸਿਵ ਵੌਇਸ। When a verb represents a person or a thing being acted upon, it is said to be in passive voice. Importance is given to the action rather than to the doers in such sentences. ਜਿਸ ਤਰ੍ਹਾਂ ਇਸ ਡੈਫੀਨੇਸ਼ਨ ਤੋਂ ਹੀ ਕਲੀਅਰਲੀ ਸਪਸ਼ਟ ਹੈ ਕਿ ਅਜਿਹੇ ਸੈਂਟੈਂਸ ਜਿਨ੍ਹਾਂ ਵਿੱਚ ਵਰਬ ਉਸ ਵਿਅਕਤੀ ਨੂੰ ਜਿਸ ਉੱਪਰ ਐਕਸ਼ਨ ਹੋ ਰਿਹਾ ਹੈ ਉਸ ਨੂੰ ਰਿਪਰੈਜ਼ੈਂਟ ਕਰੇ ਤਾਂ ਉਹ ਸੈਂਟੈਂਸ ਪੈਸਿਵ ਫਾਰਮ ਦੇ ਵਿੱਚ ਹੁੰਦੇ ਹਨ ਜਾਂ ਪੈਸਿਵ ਵੌਇਸ ਦੇ ਹੁੰਦੇ ਹਨ। ਅਜਿਹੇ ਸੈਂਟੈਂਸਸ ਦੇ ਵਿੱਚ ਜੋ ਕੰਮ ਕਰਨ ਵਾਲਾ ਹੈ ਉਸ 'ਤੇ ਜ਼ਿਆਦਾ ਇੰਪੋਰਟੈਂਸ ਨਾ ਦੇ ਕੇ ਜਾਂ ਉਸ ਨੂੰ ਜ਼ਿਆਦਾ ਮਹੱਤਵ ਨਾ ਦੇ ਕੇ ਜਿਸ ਉੱਪਰ ਕੰਮ ਹੋ ਰਿਹਾ ਹੈ ਜਾਂ ਐਕਸ਼ਨ ਜਾਂ ਕੰਮ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਇਸ ਨੂੰ ਸਮਝਣ ਲਈ ਅਸੀਂ ਕੁਝ ਕੁ ਐਗਜ਼ਾਮਪਲਸ ਲੈਂਦੇ ਹਾਂ। ਜੋ ਐਗਜ਼ਾਮਪਲਸ ਅਸੀਂ ਐਕਟਿਵ ਵੌਇਸ ਨੂੰ ਸਮਝਣ ਲਈ ਲਈਆਂ ਸਨ, ਉਹਨਾਂ ਸੈਂਟੈਂਸਸ ਨੂੰ ਹੀ ਪੈਸਿਵ ਫਾਰਮ ਦੇ ਵਿੱਚ ਕਨਵਰਟ ਕਰਕੇ ਅਸੀਂ ਇਹਨਾਂ ਨੂੰ ਸਮਝਣ ਦਾ ਯਤਨ ਕਰਾਂਗੇ। ਪਹਿਲਾ ਸਾਡਾ ਸੈਂਟੈਂਸ ਸੀ ਦ ਹੰਟਰ ਕਿਲਡ ਦ ਟਾਈਗਰ। ਇੱਥੇ ਅਸੀਂ ਸੈਂਟੈਂਸ ਉਹਦਾ ਪੈਸਿਵ ਫਾਰਮ ਲੈਂਦੇ ਹਾਂ, ਦ ਟਾਈਗਰ ਵਾਜ਼ ਕਿਲਡ ਬਾਈ ਦ ਹੰਟਰ। ਟਾਈਗਰ ਸ਼ਿਕਾਰੀ ਦੁਆਰਾ ਮਾਰਿਆ ਗਿਆ। ਤਾਂ ਹੁਣ ਇਸ ਸੈਂਟੈਂਸ ਦੇ ਵਿੱਚ ਜਿਹੜਾ ਸ਼ਿਕਾਰੀ ਹੈ ਉਸ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਗਿਆ, ਹੰਟਰ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਗਿਆ, ਸਗੋਂ ਮਹੱਤਵ ਦਿੱਤਾ ਗਿਆ ਹੈ ਉਸ ਦੁਆਰਾ ਕੀਤੇ ਗਏ ਐਕਸ਼ਨ ਨੂੰ, ਉਸ ਦੁਆਰਾ ਕੀਤੇ ਗਏ ਕੰਮ ਨੂੰ, ਜਿਹੜਾ ਹੈ ਕਿਲਿੰਗ ਦਾ। ਤਾਂ ਇੱਥੇ ਜੋ ਵਰਬ ਹੈ ਉਹ ਰਿਪਰੈਜ਼ੈਂਟ ਕਰ ਰਿਹਾ ਹੈ ਉਸ ਚੀਜ਼ ਨੂੰ ਜਿਸ ਉੱਪਰ ਕੰਮ ਹੋਇਆ, ਮਤਲਬ ਟਾਈਗਰ ਉੱਪਰ ਕੰਮ ਹੋਇਆ ਸੀ, ਟਾਈਗਰ ਉੱਪਰ ਐਕਸ਼ਨ ਹੋਇਆ ਸੀ, ਉਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਵਰਡ ਕਿਲ। ਤਾਂ ਇਹਦੇ ਵਿੱਚ ਸਾਡੇ ਕੋਲੋਂ ਕੀ ਨਿਕਲ ਕੇ ਆਉਂਦਾ ਹੈ, The verb killed is representing the person or thing being acted upon. ਜੋ ਵਰਬ ਯੂਜ਼ ਕੀਤਾ ਗਿਆ ਹੈ killed, ਉਹ ਰਿਪਰੈਜ਼ੈਂਟ ਕਰ ਰਿਹਾ ਹੈ ਉਸ ਪਰਸਨ ਵਾਸਤੇ ਜਾਂ ਥਿੰਗ ਵਾਸਤੇ ਜਿਸ ਉੱਪਰ ਕੰਮ ਹੋਇਆ ਹੈ। ਕੰਮ ਕਿਸ ਉੱਪਰ ਹੋਇਆ ਹੈ, ਟਾਈਗਰ ਉੱਪਰ। ਐਕਸ਼ਨ, ਐਕਸ਼ਨ ਕੀ ਹੋਇਆ ਹੈ, ਐਕਸ਼ਨ ਅਗੇਨ ਕਿਲਿੰਗ ਦਾ ਐਕਸ਼ਨ ਹੋਇਆ ਹੈ। ਔਰ ਡੂਅਰ ਕੌਣ ਹੈ, ਡੂਅਰ ਹੈ ਹੰਟਰ। ਤਾਂ ਇਸ ਸੈਂਟੈਂਸ ਦੇ ਵਿੱਚ ਜੋ ਡੂਅਰ ਹੈ ਉਹਨੂੰ ਮਹੱਤਵ ਨਹੀਂ ਦਿੱਤਾ ਗਿਆ, ਇਸ ਕਰਕੇ ਇਹ ਸੈਂਟੈਂਸ ਜਿਹੜੇ ਹਨ ਉਹ ਪੈਸਿਵ ਫਾਰਮ ਦੇ ਹਨ ਜਾਂ ਪੈਸਿਵ ਵੌਇਸ ਦੇ ਹਨ। ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ। ਨੰਬਰ 2, A song is not sung by Radha। ਇਸ ਸੈਂਟੈਂਸ ਵਿੱਚ ਜੋ ਸਾਡਾ ਡੂਅਰ ਹੈ ਉਹ ਹੈ ਰਾਧਾ, ਜਿਸ ਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦਿੱਤੀ ਗਈ, ਜਦੋਂ ਕਿ ਉਸ ਦੁਆਰਾ ਕੀਤਾ ਜਾਣ ਵਾਲਾ ਕੰਮ ਐਕਸ਼ਨ ਜਿਹੜਾ ਕਿ ਗਾਉਣ ਦਾ ਹੈ ਉਹ ਗਾਣੇ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਭਾਵ ਦ ਵਰਬ ਸੰਗ ਇਜ਼ ਰਿਪਰੈਜ਼ੈਂਟਿੰਗ ਦ ਪਰਸਨ ਔਰ ਥਿੰਗ ਬੀਨ ਐਕਟਡ ਅਪੋਨ ਅ ਸੌਂਗ। ਮਤਲਬ ਜਿਹੜਾ ਵਰਬਸ ਹੈ ਸੰਗ, ਉਹ ਕਿਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਸੌਂਗ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਐਕਸ਼ਨ ਕੀ ਹੈ, ਐਕਸ਼ਨ ਹੈ ਸਿੰਗਿੰਗ, ਐਂਡ ਡੂਅਰ ਕੌਣ ਹੈ, ਰਾਧਾ। ਤੇ ਰਾਧਾ ਨੂੰ ਇੰਪੋਰਟੈਂਸ ਨਾ ਦੇ ਕੇ ਸਿੰਗਿੰਗ ਅਪੋਨ ਸੌਂਗ, ਇਸ ਨੂੰ ਇੰਪੋਰਟੈਂਸ ਦਿੱਤੀ ਗਈ ਹੈ। ਇਸ ਨੂੰ ਹੋਰ ਡੀਪਲੀ ਸਮਝਣ ਲਈ ਇੱਕ ਐਗਜ਼ਾਮਪਲ ਹੋਰ ਲੈਂਦੇ ਹਾਂ। An old man was run over by a car। ਹੁਣ ਇਸ ਸੈਂਟੈਂਸ ਵਿੱਚ ਵੀ ਸੇਮ ਐਕਸ਼ਨ ਹੋਇਆ ਹੈ ਜੋ ਅਸੀਂ ਐਕਟਿਵ ਵੌਇਸ ਨੂੰ ਸਮਝਣ ਲਈ ਐਗਜ਼ਾਮਪਲ ਲਈ ਸੀ, ਕਿ ਜੋ ਡੂਅਰ ਹੈ, ਕੰਮ ਕਰਨ ਵਾਲਾ ਹੈ, ਮਤਲਬ ਕਾਰ ਹੈ,
ਉਸ ਨੂੰ ਇੰਪੋਰਟੈਂਸ ਨਹੀਂ ਦਿੱਤੀ ਗਈ। ਜੋ ਵਰਡ ਸਾਡਾ ਵਰਬ ਹੈ ਰਨ, ਉਹ ਰਿਪਰੈਜ਼ੈਂਟ ਕਰ ਰਿਹਾ ਹੈ ਓਲਡ ਮੈਨ ਨੂੰ, ਜਿਸ ਉੱਪਰ ਐਕਸ਼ਨ ਹੋਇਆ ਸੀ। ਤਾਂ ਇਸ ਸੈਂਟੈਂਸ ਵਿੱਚ ਵੀ ਜੋ ਵਰਬ ਰਨ ਹੈ ਉਹ ਓਲਡ ਮੈਨ ਜਿਹੜਾ ਕਿ ਸਾਡਾ ਕਰਮ ਹੈ ਉਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਭਾਵ ਕਿ ਦ ਵਰਬ ਰਨ ਓਵਰ ਇਜ਼ ਰਿਪਰੈਜ਼ੈਂਟਿੰਗ ਦ ਪਰਸਨ ਔਰ ਥਿੰਗ ਬੀਇੰਗ ਐਕਟਡ ਅਪੋਨ, ਜਿਸ ਉੱਪਰ ਕੰਮ ਹੋਇਆ ਹੈ ਉਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਜਿਹੜਾ ਕਿ ਹੈ ਓਲਡ ਮੈਨ। ਐਕਸ਼ਨ ਕੀ ਹੈ? ਐਕਸ਼ਨ ਸੇਮ ਰੈਨ ਓਵਰ, ਔਰ ਜੋ ਸਾਡਾ ਡੂਅਰ ਹੈ, ਕੰਮ ਕਰਨ ਵਾਲਾ ਹੈ, ਉਹ ਹੈ ਆ ਕਾਰ। ਤਾਂ ਇਹਨਾਂ ਐਗਜ਼ਾਮਪਲਸ ਤੋਂ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਕੋਈ ਵੀ ਸੈਂਟੈਂਸ ਪੈਸਿਵ ਵੌਇਸ ਦਾ ਉਦੋਂ ਹੁੰਦਾ ਹੈ ਜਦੋਂ ਉਸ ਵਿਚਲਾ ਵਰਬ ਕਰਮ ਭਾਵ ਜਿਸ ਤੇ ਕੰਮ ਹੋ ਰਿਹਾ ਹੈ ਉਸ ਨੂੰ ਰਿਪਰੈਜ਼ੈਂਟ ਕਰੇ, ਅਤੇ ਜੋ ਕਰਤਾ ਹੈ ਮਤਲਬ ਐਕਸ਼ਨ ਕਰਨ ਵਾਲਾ ਹੈ ਉਸ ਨੂੰ ਕੋਈ ਮਹੱਤਵ ਨਾ ਦੇਵੇ। ਅੱਗੇ ਚੱਲਦੇ ਹਾਂ। ਐਕਟਿਵ ਵੌਇਸ। ਸਟਰਕਚਰ ਆਫ ਐਕਟਿਵ ਵੌਇਸ। ਐਕਟਿਵ ਵੌਇਸ ਦੇ ਵਿੱਚ ਜੋ ਸੈਂਟੈਂਸ ਲਏ ਜਾਂਦੇ ਹਨ ਉਹਨਾਂ ਦਾ ਕੀ ਸਟਰਕਚਰ ਹੁੰਦਾ ਹੈ, ਆਓ ਦੇਖਦੇ ਹਾਂ। ਇਸ ਨੂੰ ਸਮਝਣ ਲਈ ਅਸੀਂ ਕੁਝ ਐਗਜ਼ਾਮਪਲਸ ਲੈਂਦੇ ਹਾਂ। ਨੰਬਰ 1, ਅਭਿਜੀਤ ਰਿਸਪੈਕਟਸ ਹਿਜ਼ ਪੇਰੈਂਟਸ। ਅਭਿਜੀਤ ਆਪਣੇ ਮਾਤਾ ਪਿਤਾ ਦੀ ਇੱਜ਼ਤ ਕਰਦਾ ਹੈ। ਨੰਬਰ 2, ਸਾਗਰ ਹੈਲਪ ਦੈਮ। ਸਾਗਰ ਨੇ ਉਹਨਾਂ ਦੀ ਮਦਦ ਕੀਤੀ। ਨੰਬਰ 3, ਮਿਸਟਰ ਵਿਜੇ ਟੀਚਸ ਅਸ ਇੰਗਲਿਸ਼। ਮਿਸਟਰ ਵਿਜੇ ਸਾਨੂੰ ਇੰਗਲਿਸ਼ ਪੜ੍ਹਾਉਂਦੇ ਹਨ। ਨੰਬਰ 4, ਅੰਜਲੀ ਰੀਡਸ ਦਾ ਬੁੱਕ। ਅੰਜਲੀ ਕਿਤਾਬ ਪੜ੍ਹਦੀ ਹੈ। ਨੰਬਰ 5, ਅਨੂ ਪਲੇਡ ਬੈਡਮਿੰਟਨ। ਅਨੂ ਨੇ ਬੈਡਮਿੰਟਨ ਖੇਡਿਆ। ਇਹਨਾਂ ਸਾਰੀਆਂ ਐਗਜ਼ਾਮਪਲਸ ਦੇ ਵਿੱਚ ਹਰੇਕ ਸੈਂਟੈਂਸ ਦੇ ਵਿੱਚ ਕੋਈ ਨਾ ਕੋਈ ਕਰਤਾ ਹੈ। ਜਿਸ ਤਰ੍ਹਾਂ ਪਹਿਲੇ ਸੈਂਟੈਂਸ ਵਿੱਚ ਜੋ ਕਰਤਾ ਹੈ ਉਹ ਅਭਿਜੀਤ ਹੈ, ਉਸ ਦਾ ਕੰਮ ਰਿਸਪੈਕਟ ਕਰਨਾ ਹੈ। ਕਿਸ ਦੇ ਉੱਪਰ ਕੰਮ ਹੋ ਰਿਹਾ ਹੈ? ਹਿਜ਼ ਪੇਰੈਂਟਸ। ਦੂਸਰੇ ਸੈਂਟੈਂਸ ਵਿੱਚ ਸਾਗਰ, ਇਹ ਸਾਡਾ ਕਰਤਾ ਹੈ, ਡੂਅਰ ਹੈ। ਇਸ ਦਾ ਕੰਮ ਕੀ ਹੈ? ਐਕਸ਼ਨ ਕੀ ਹੈ? ਦੈਟ ਇਜ਼ ਹੈਲਪ। ਔਰ ਕਿਸ ਉੱਪਰ ਕੰਮ ਹੋ ਰਿਹਾ ਹੈ? ਦੈਮ। ਥਰਡ, ਇੱਥੇ ਹੁਣ ਡੂਅਰ ਕੌਣ ਹੈ? ਕੌਣ ਕੰਮ ਕਰ ਰਿਹਾ ਹੈ? ਐਕਸ਼ਨ ਕੌਣ ਕਰ ਰਿਹਾ ਹੈ? ਉਹ ਹੈ ਮਿਸਟਰ ਵਿਜੇ। ਉਸ ਦਾ ਐਕਸ਼ਨ ਕੀ ਹੈ? ਟੀਚਰਸ। ਔਰ ਉਹ ਐਕਸ਼ਨ ਕਿਸ ਉੱਪਰ ਹੋ ਰਿਹਾ ਹੈ? ਉਹ ਇੰਗਲਿਸ਼ ਲੈਂਗੁਏਜ ਦੇ ਉੱਪਰ ਹੋ ਰਿਹਾ ਹੈ। ਨੰਬਰ 4 ਤੇ ਇਸ ਤੋਂ ਅੱਗੇ ਅੰਜਲੀ ਕਰਤਾ ਹੈ, ਰੀਡ ਉਸ ਦਾ ਐਕਸ਼ਨ ਹੈ। ਐਕਸ਼ਨ ਕਿੱਥੇ ਹੋ ਰਿਹਾ ਹੈ? ਦਾ ਬੁੱਕ ਦੇ ਉੱਪਰ। ਨੈਕਸਟ, ਅਨੂ ਕਰਤਾ ਹੈ, ਡੂਅਰ ਹੈ। ਪਲੇਡ, ਇਹ ਉਸ ਦਾ ਐਕਸ਼ਨ ਹੈ। ਕਿੱਥੇ ਹੋ ਰਿਹਾ ਹੈ ਐਕਸ਼ਨ? ਬੈਡਮਿੰਟਨ ਦੇ ਉੱਪਰ ਐਕਸ਼ਨ ਹੋ ਰਿਹਾ ਹੈ। ਭਾਵ ਕਿ ਇਹਨਾਂ ਸਾਰੇ ਸੈਂਟੈਂਸਸ ਤੋਂ ਸਾਨੂੰ ਇੱਕ ਗੱਲ ਸਮਝ ਆਉਂਦੀ ਹੈ ਕਿ ਇਹਨਾਂ ਸਾਰੇ ਸੈਂਟੈਂਸਸ ਦੇ ਵਿੱਚ ਜੋ ਡੂਅਰਸ ਹੈ ਉਸ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਹੈ, ਜਾਂ ਇੰਝ ਕਹਿ ਲਓ ਕਿ ਜੋ ਸਾਡੇ ਐਕਸ਼ਨ ਵਰਡ ਹਨ ਜਾਂ ਜੋ ਸਾਡੇ ਵਰਬ ਹਨ ਉਹ ਰਿਪਰੈਜ਼ੈਂਟ ਕਰ ਰਹੇ ਹਨ ਡੂਅਰਸ ਨੂੰ। ਤਾਂ ਇਸ ਨੂੰ ਸਟੱਡੀ ਕਰਨ ਤੋਂ ਬਾਅਦ ਅਸੀਂ ਇੱਕ ਸਟਰਕਚਰ ਤੱਕ ਪਹੁੰਚਦੇ ਹਾਂ ਜੋ ਕਿ ਐਕਟਿਵ ਵੌਇਸ ਸੈਂਟੈਂਸ ਦਾ ਸਟਰਕਚਰ ਹੈ। ਉਹ ਹੈ, ਪਹਿਲਾ ਹੈ ਸਬਜੈਕਟ ਜਿਹੜਾ ਕਿ ਸਾਡਾ ਡੂਅਰ ਹੈ। ਉਸ ਤੋਂ ਬਾਅਦ ਜੋ ਸਬਜੈਕਟ ਕੰਮ ਕਰ ਰਿਹਾ ਹੈ, ਜੋ ਐਕਸ਼ਨ ਹੈ, ਜੋ ਵਰਬ ਹੈ ਉਹ ਹੈ, ਅਤੇ ਲਾਸਟ ਵਿੱਚ ਜਿਸ ਉੱਪਰ ਕੰਮ ਹੋ ਰਿਹਾ ਹੈ ਉਹ ਹੈ ਆਬਜੈਕਟ। ਤਾਂ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ, ਇਹ ਸਟਰਕਚਰ ਹੈ ਐਕਟਿਵ ਵੌਇਸ ਸੈਂਟੈਂਸਸ ਦਾ। ਅੱਗੇ ਚੱਲਦੇ ਹਾਂ। ਪੈਸਿਵ ਵੌਇਸ। ਸਟਰਕਚਰ ਆਫ ਪੈਸਿਵ ਵੌਇਸ। ਪੈਸਿਵ ਵੌਇਸ ਦੇ ਸਟਰਕਚਰ ਵੱਲ ਚੱਲਦੇ ਹਾਂ। ਕੁਝ ਐਗਜ਼ਾਮਪਲਸ ਲਵਾਂਗੇ। ਫਸਟ ਹੈ, ਦ ਸਟੋਰੀ ਵਾਜ਼ ਟੋਲਡ ਬਾਈ ਵੈਸ਼ਾਲੀ। ਕਹਾਣੀ ਵੈਸ਼ਾਲੀ ਦੁਆਰਾ ਸੁਣਾਈ ਗਈ। ਨੰਬਰ 2, ਪਿਕਚਰ ਇਜ਼ ਪੇਂਟਡ ਬਾਈ ਹੁਸਨ। ਤਸਵੀਰ ਹੁਸਨ ਦੁਆਰਾ ਪੇਂਟ ਕੀਤੀ ਗਈ। ਨੰਬਰ 3,
A noise is made by Sukhpreet. रौला सुखप्रीत द्वारा पाया गया। नंबर 4, The lesson is revised by हरप्रीत। पाठ हरप्रीत द्वारा दोहराया गया। नंबर 5, हॉकी वॉज प्लेड बाय हरमन। हॉकी हरमन द्वारा खेडी गई। हुण इन्हां सेंटेंसेस विच जो डूअर्स ने, जो काम करने वाले ने, वो पिछे ने, मतलब बाय लगा के उन्होंने रिप्रजेंट किया गया है। जिस तरह पहले सेंटेंस विच वैशाली, दैन हुसन, सुखप्रीत, हरप्रीत, हरमन, ये सारे काम करने वाले हैं, डूअर्स हैं। पर जो वर्ब ने इन्हां सेंटेंसेस विच जिन्ने भी वर्ब यूज़ किए गए हैं, वो सारे वर्ब रिप्रजेंट करते हैं उस परसन वास्ते, उस थिंग वास्ते ਜਿਹੜੇ जिन्हां उपर ये काम हो रहे हैं। तो इन्हां सेंटेंसेस विच सानू कुछ एक्सट्रा देखने को मिलता है, जिस तरह हैल्पिंग वर्ब लगे हैं या बाय लग्या होया है। बाय सानू तां लगाने की लोड़ पैंदी है क्योंकि जो साडा डूअर है, जो साडा एक्शन करने वाला है, उन्होंने पिछे रखा गया है, उस द्वारा काम हो रहा है। तो काम नूं किसी के द्वारा लिखण वास्ते सानू बाय का इस्तेमाल करना पै रहा है। इनू खोल के समझने की कोशिश करते हैं। द स्टोरी वो परसन और थिंग है जिस ऊपर काम हो रहा है। टोल्ड साडा वर्ब है, वैशाली साडा डूअर है। पिक्चर वो परसन या थिंग है जिस ऊपर काम हो रहा है। काम की हो रहा है? पेंट। किस द्वारा हो रहा है? हुसन द्वारा। अ नॉइज अगेन थिंग और कोई पर्सन जिस ऊपर काम हो रहा है। काम की हो रहा है? मेड। किस द्वारा हो रहा है? सुखप्रीत। नेक्स्ट है द लेसन, ये वो पर्सन और थिंग है जिस ऊपर काम हो रहा है। काम की हो रहा है? दैट इज रिवाइज्ड। किस द्वारा हो रहा है? हरप्रीत। अगे हॉकी जिस ऊपर काम हो रहा है। की काम हो रहा है? दैट इज प्लेइंग। प्लेइंग का काम हो रहा है? दैट इज प्लेड। कौन कर रहा है? हरमन। तो जो इन्हां सेंटेंसेस का स्ट्रक्चर बनता है वो भी देख लेने हैं। तो पहला ऑब्जेक्ट, क्योंकि जिस ऊपर काम हो रहा है वो साडा ऑब्जेक्ट हुंदा है, तो इन्हां पैसिव वॉइस सेंटेंसेस दे विच ऑब्जेक्ट अगे आंदा है। उस तो बाद साडा बी हैल्पिंग वर्ब बनता है। उस तो बाद थर्ड फॉर्म ऑफ द वर्ब, क्योंकि थर्ड फॉर्म ऑफ द वर्ब इकली नहीं आती, सानू हैल्पिंग वर्ब की लोड़ पैंदी है। अगे बाय ते लास्ट दे विच जो साडा सबजैक्ट है उसनू रखा जाता है। तो ऑब्जेक्ट प्लस हैल्पिंग वर्ब प्लस थर्ड फॉर्म ऑफ द वर्ब प्लस बाय प्लस सबजैक्ट, ये जिहड़ा है ये साडा स्ट्रक्चर है पैसिव वॉइस का। एक बार रिवाइज कर लेने हैं। स्ट्रक्चर्स ऑफ एक्टिव एंड पैसिव वॉइस। एक्टिव वॉइस का स्ट्रक्चर की है? सब्जेक्ट प्लस वर्ब प्लस ऑब्जेक्ट। पैसिव वॉइस का स्ट्रक्चर की है? ऑब्जेक्ट प्लस हेल्पिंग वर्ब प्लस थर्ड फॉर्म ऑफ द वर्ब प्लस बाय प्लस सब्जेक्ट। That's all for the moment. I will explain you tense-based active and passive voice sentences and their replacement from active to passive and vice versa in my coming videos. Till then, have a nice time. Thank you all. Thank you very much.